हाँ जी, टॉपिक स्टार्ट करते हैं जी। ਆਪਾਂ कर रहे हैं टॉपिक इनऑर्गेनिक केमिस्ट्री ਦਾ और चैप्टर हैगा फर्स्ट मैटल लाइगेंड बॉन्डिंग इन ट्रांजिशन मैटल कंपलैक्सिस। ठीक है, तो ये की किया ऑक्टाहेड्रल टैट्राहेड्रल एंड स्केयर प्लेनर कंपलैक्सिस कर चुके हैं। अगे नैक्सट हैगा कि फैक्टर्स डिटर्मिनिंग मैगनीट्यूड ऑफ क्रिस्टल फील्ड स्प्लिटिंग। किहड़े फैक्टर्स ने जिहड़ी स्प्लिटिंग है थोड़ी उन्होंने ਉਹਦੇ 'ਤੇ ਇਫੈਕਟ ਪਾਉਂਦੇ ਆ। ਤਾਂ ਹੁਣ ਤੱਕ ਤੁਸੀਂ ਕੀਤਾ ਦੈਟ ਜਿਹੜਾ ਮੈਟਲ ਹੁੰਦਾ ਉਹਦੇ ਡੀ ਬਲੋਕ ਐਲੀਮੈਂਟਸ ਦੀ ਗੱਲ ਕਰ ਰਹੇ ਹਾਂ ਤਾਂ ਮੈਟਲ ਦਾ ਡੀ ਬਲੋਕ ਗਰੁੱਪ ਹੋਏਗਾ, ਡੀ ਔਰਬਿਟਲ ਹੋਏਗਾ। ਡੀ ਔਰਬਿਟਲ ਤੁਹਾਨੂੰ ਪਤਾ 5 ਟਾਈਪ ਦਾ ਹੁੰਦਾ ਹੈ, ਡੀ ਐਕਸ ਵਾਈ, ਵਾਈ ਜ਼ੈਡ, ਜ਼ੈਡ ਐਕਸ, ਡੀ ਐਕਸ ਸਕੇਅਰ ਮਾਈਨਸ ਵਾਈ ਸਕੇਅਰ, ਡੀ ਜ਼ੈਡ ਸਕੇਅਰ। ਇਹ ਤੁਸੀਂ ਕਰ ਚੁੱਕੇ ਹੋ। ਕਹਿੰਦੇ ਜਦੋਂ ਮੈਟਲ ਹੈ ਨਾ ਉਹਦਾ ਡੀ ਔਰਬਿਟਲ ਐਜ਼ ਸੱਚ ਪਿਆ ਰਹਿੰਦਾ ਕੁਛ, ਮਤਲਬ ਜਦੋਂ ਤੱਕ ਲਾਈਗੈਂਡ ਨਾਲ ਅਟੈਚ ਨਹੀਂ ਹੁੰਦਾ ਡੀ ਔਰਬਿਟਲ ਦੀ એનર્ਜੀ ਸੇਮ ਹੁੰਦੀ ਹੈ। ਅਗਰ ਜਦੋਂ ਲਾਈਗੈਂਡ ਅਟੈਚ ਹੋ ਜਾਂਦਾ ਮੈਟਲ ਨਾਲ ਤਾਂ ਜਿਹੜਾ ਮੈਟਲ ਦਾ ਡੀ ਔਰਬਿਟਲ ਹੈ ਉਹ ਸਪਲਿਟ ਹੋ ਜਾਂਦਾ। ਠੀਕ ਹੈ, ਇਹ ਤੁਸੀਂ ਕਰ ਚੁੱਕੇ ਹੋ। ਔਕਟਾਹੈਡਰਲ ਦੇ ਵਿੱਚ ਅਤੇ ਟੈਟਰਾਹੈਡਰਲ 'ਚ ਕਿੱਦਾਂ ਸਪਲਿਟਿੰਗ ਹੁੰਦੀ ਹੈ। ਜਦੋਂ ਮੈਟਲ ਦੇ ਨਾਲ ਲਾਈਗੈਂਡ ਅਟੈਚ ਹੋ ਜਾਂਦਾ ਤਾਂ ਡੀ ਔਰਬਿਟਲ ਦੀ એનર્ਜੀ ਸੇਮ ਨਹੀਂ ਰਹਿੰਦੀ, ਡੀ ਔਰਬਿਟਲ ਸਪਲਿਟ ਕਰ ਜਾਂਦਾ। ਠੀਕ ਹੈ, 3n2 ਦੇ ਵਿੱਚ। ਔਰ ਜਿਹੜੇ ਇਹ ਔਰਬਿਟਲ ਹੁੰਦੇ ਆ ਇਹਨਾਂ ਨੂੰ ਬੋਲਦੇ ਆ ਕਿਹੜੇ ਔਰਬਿਟਲ ਦੀ એનર્ਜੀ ਲੋ ਚਲੀ ਜਾਂਦੀ ਹੈ ਜੀ। ऑक्टाहेड्रल ਦਾ ਕੀ ਤੁਸੀਂ ਕੀਤਾ ਸੀ ਡੀ ਐਕਸ ਵਾਈ, ਡੀ ਵਾਈ ਜ਼ੈਡ, ਡੀ ਜ਼ੈਡ ਐਕਸ। ਠੀਕ ਹੈ, ਇਹ ਔਰਬਿਟਲ ਦੀ એનર્ਜੀ ਲੋ ਚਲੀ ਜਾਂਦੀ ਹੈ, ਨੀਚੇ ਮੈਂਸ਼ਨ ਕਰਦੇ ਹਾਂ। ਔਰ ਇਹਨਾਂ ਨੂੰ T2G ਔਰਬਿਟਲ ਬੋਲਦੇ ਆ। ਔਰ ਜਿੰਨੇ ਔਰਬਿਟਲਸ ਕੇ ਇਹ ਵਾਲੇ ਜਿਹੜੇ ਔਰਬਿਟਲ ਹੁੰਦੇ ਆ ਨਾ ਡੀ ਐਕਸ ਸਕੇਅਰ, ਵਾਈ ਸਕੇਅਰ, ਡੀ ਜ਼ੈਡ ਸਕੇਅਰ, ਕਿ ਇਹ ਐਕਸਿਸ 'ਤੇ ਲਾਈਗੈਂਡ ਪ੍ਰੈਜੈਂਟ ਹੁੰਦੇ ਆ ਤਾਂ ਮੈਟਲ ਦੇ ਬੜੇ ਕਲੋਜ਼ ਹੁੰਦੇ ਆ ਤਾਂ ਇਹਨਾਂ ਦੀ એનર્ਜੀ ਹਾਈ ਚਲੀ ਜਾਂਦੀ ਹੈ। ਤਾਂ ਇਹਨਾਂ ਨੂੰ ਆਪਾਂ ਉੱਪਰ ਮੈਂਸ਼ਨ ਕਰਦੇ ਹਾਂ। ਇਹ ਤੁਸੀਂ ਸਭ ਕੁਝ ਕਰ ਚੁੱਕੇ ਹੋ। ਔਕਟਾਹੈਡਰਲ ਅਤੇ ਟੈਟਰਾਹੈਡਰਲ ਕੰਪਲੈਕਸਿਸ ਦੇ ਵਿੱਚ ਸਪਲਿਟਿੰਗ ਕਿੱਦਾਂ ਹੁੰਦੀ ਹੈ ਉਸ ਕੇਸ ਦੇ ਵਿੱਚ। ਅੱਗੇ ਆਪਾਂ ਫਰਦਰ ਕਰਦੇ ਹਾਂ ਕਿ ਸਪਲਿਟਿੰਗ 'ਤੇ ਕੌਣ ਇਫੈਕਟ ਪਾਉਂਦਾ, ਕਿਹਦੇ ਕਰਕੇ ਇਫੈਕਟ ਪੈਂਦਾ ਵੀ ਕਿ ਜਿਹੜਾ ਸਪਲਿਟਿੰਗ ਦਾ ਗੈਪ ਹੈ ਉਹ ਲੈਸ ਹੋਏਗਾ ਜਾਂ ਮੋਰ ਹੋਏਗਾ। ਇਹ ਕਿਹੜੇ ਫੈਕਟਰਸ 'ਤੇ ਡਿਪੈਂਡ ਕਰਦਾ। ਜਿਹੜੀ ਸਪਲਿਟਿੰਗ ਹੈ ਤੁਹਾਡੀ ਡੀ ਔਰਬਿਟਲ ਦੀ ਮੈਟਲ ਦੇ ਦੀ ਉਹ ਸਪਲਿਟਿੰਗ ਜ਼ਿਆਦਾ ਹੋਏਗੀ ਜਾਂ ਲੈਸ ਹੋਏਗੀ। ਤਾਂ ਫਸਟ ਹੈ ਜੀ ਤੁਹਾਡਾ ਫਸਟ ਫੈਕਟਰ ਹੈਗਾ ਨੇਚਰ ਆਫ ਲਾਈਗੈਂਡ। ਨੇਚਰ ਆਫ ਲਾਈਗੈਂਡ ਕਿੱਦਾਂ ਦਾ ਹੁੰਦਾ ਹੁਣ ਤੁਹਾਨੂੰ ਪਤਾ ਮੈਟਲ ਦੇ ਨਾਲ ਲਾਈਗੈਂਡ ਅਟੈਚ ਹੋਣਾ ਤਾਂ ਲਾਈਗੈਂਡ ਦਾ ਨੇਚਰ ਕਿੱਦਾਂ ਦਾ। ਫਸਟ ਹੈ ਕਿ ਲਾਈਗੈਂਡ ਹੈ ਜਿਹੜਾ ਤੁਹਾਡਾ ਉਹਦਾ ਸਾਈਜ਼ ਕੀ ਹੋਣਾ ਚਾਹੀਦਾ, ਸਮੋਲ ਹੋਣਾ ਚਾਹੀਦਾ। ਲਾਈਗੈਂਡ ਜਿੰਨਾ ਜ਼ਿਆਦਾ ਸਮੋਲ ਸਾਈਜ਼ ਦਾ ਹੋਏਗਾ ਉਨਾ ਮੈਟਲ ਦੇ ਕਲੋਜ਼ ਜਾ ਪਾਏਗਾ। ਠੀਕ ਹੈ, ਜਿੰਨਾ ਲਾਈਗੈਂਡ ਦਾ ਸਾਈਜ਼ ਸਮੋਲ ਉਨਾ ਮੈਟਲ ਦੇ ਜ਼ਿਆਦਾ ਕਲੋਜ਼ ਜਾਏਗਾ। ਮੈਟਲ ਦੇ ਜ਼ਿਆਦਾ ਕਲੋਜ਼ ਗਿਆ ਤਾਂ ਮੈਟਲ ਦੇ ਡੀ ਔਰਬਿਟਲ ਨੂੰ ਉਨਾ ਜ਼ਿਆਦਾ ਸਪਲਿਟ ਕਰੇਗਾ, ਉਨਾ ਜ਼ਿਆਦਾ ਜਿਹੜਾ ਤੁਹਾਡਾ ਗੈਪ ਹੈ ਜ਼ਿਆਦਾ ਹੋਏਗਾ। ਠੀਕ ਹੈ, ਮੈਟਲ ਦਾ ਡੀ ਔਰਬਿਟਲ ਸਪਲਿਟ ਹੋ ਜੂ ਲਾਈਗੈਂਡ ਦੇ ਆਉਣ ਨਾਲ, ਪਰ ਲਾਈਗੈਂਡ ਦਾ ਸਾਈਜ਼ ਕੀ ਹੋਣਾ ਚਾਹੀਦਾ ਸਮੋਲ। ਇਸੇ ਕਰਕੇ ਉਹ ਕਲੋਜ਼ ਜਾਊ ਅਤੇ ਮੈਟਲ ਦੇ ਡੀ ਔਰਬਿਟਲ ਨੂੰ ਸਪਲਿਟ ਕਰ ਦੂਗਾ। ਠੀਕ ਹੈ, ਜਿੰਨਾ ਸਮੋਲ ਲਾਈਗੈਂਡ ਉਨੀ ਸਪਲਿਟਿੰਗ ਮੋਰ। ਦੇਖੋ ਹੁਣ ਜਿੱਦਾਂ ਫਲੋਰੀਨ ਹੈ, ਕਹਿੰਦੇ ਅਗਰ ਤੁਹਾਡਾ ਲਾਈਗੈਂਡ ਹੈ ਮੈਟਲ ਦੇ ਨਾਲ ਲਾਈਗੈਂਡ ਅਟੈਚ ਹੋਣਾ, ਅਗਰ ਇਹਦਾ ਫਲੋਰੀਨ ਅਟੈਚ ਹੁੰਦਾ ਤਾਂ ਉਹ ਜ਼ਿਆਦਾ ਸਪਲਿਟ ਕਰਦਾ, ਜ਼ਿਆਦਾ ਗੈਪ ਕ੍ਰੀਏਟ ਕਰਦਾ। ਠੀਕ ਹੈ, ਇਹ ਡੀ ਔਰਬਿਟਲ 'ਚ ਗੈਪ ਕੀ ਕਰੂ, ਜ਼ਿਆਦਾ ਕ੍ਰੀਏਟ ਕਰੂਗਾ। ਕਿਉਂ ਜੀ, ਕਿਉਂਕਿ ਫਲੋਰੀਨ ਦਾ ਸਾਈਜ਼ ਕੀ ਹੈ ਸਮੋਲ ਹੁੰਦਾ। ਠੀਕ ਹੈ, ਫਲੋਰੀਨ ਤੋਂ ਬਾਅਦ ਤੁਹਾਨੂੰ ਪਤਾ ਹੈਲੋਜਨ ਦੇ ਵਿੱਚ ਕਲੋਰੀਨ ਆਉਂਦਾ, ਬ੍ਰੋਮੀਨ ਆਉਂਦਾ, ਆਇਓਡੀਨ ਹੁੰਦਾ। ਤਾਂ ਨੀਚੇ ਨੂੰ ਜਾਂਦੇ ਹੋਏ ਸਾਈਜ਼ ਕੀ ਹੁੰਦਾ ਜਾਂਦਾ ਇਨਕਰੀਜ਼। ਫਲੋਰੀਨ ਦਾ ਘੱਟ ਹੁੰਦਾ ਹੈ, ਕਲੋਰੀਨ ਦਾ ਜ਼ਿਆਦਾ ਹੁੰਦਾ ਹੈ, ਬ੍ਰੋਮੀਨ ਦਾ ਉਸ ਤੋਂ ਜ਼ਿਆਦਾ ਹੋ ਜਾਂਦਾ, ਆਇਓਡੀਨ ਦਾ ਸਭ ਤੋਂ ਜ਼ਿਆਦਾ ਲਾਰਜਰ ਹੁੰਦਾ। ਤਾਂ ਫਿਰ ਫਲੋਰੀਨ ਜ਼ਿਆਦਾ ਕਲੋਜ਼ ਜਾਊਗਾ ਅਤੇ ਜ਼ਿਆਦਾ ਸਪਲਿਟਿੰਗ ਕੌਜ਼ ਕਰੂਗਾ, ਜ਼ਿਆਦਾ ਗੈਪ ਕ੍ਰੀਏਟ ਕਰੂਗਾ। ਨੈਕਸਟ ਹੈਗਾ ਜੀ, ਨੈਕਸਟ ਪੁਆਇੰਟ ਕੀ ਹੈ, ਜਿਹੜਾ ਤੁਹਾਡਾ ਲਾਈਗੈਂਡ ਹੈ ਨਾ ਉਹਦਾ ਇਲੈਕਟ੍ਰੋਨ ਪੇਅਰ। ਠੀਕ ਹੈ, ਮੈਟਲ ਦੇ ਪੋਜ਼ੀਟਿਵ ਚਾਰਜ ਹੁੰਦਾ, ਲਾਈਗੈਂਡ 'ਤੇ ਕਿਹੜਾ ਹੁੰਦਾ ਨੈਗੇਟਿਵ। ਤਾਂ ਲਾਈਗੈਂਡ ਦਾ ਜਿਹੜਾ ਇਲੈਕਟ੍ਰੋਨ ਕਲਾਊਡ ਹੈ ਉਹ ਈਜ਼ੀਲੀ ਪੋਲਰਾਈਜ਼ੇਬਲ ਹੋਵੇ ਮੈਟਲ ਵੱਲ। ਬਸ ਇੰਨਾ ਕਰਨਾ ਹੈ। ਠੀਕ ਹੈ ਰਾਜੇ, ਲਾਈਗੈਂਡ ਦਾ ਇਲੈਕਟ੍ਰੋਨ ਪੇਅਰ ਕਿਹਦੇ ਵੱਲ ਪੋਲਰਾਈਜ਼ ਹੋ ਜਾਏ, ਈਜ਼ੀਲੀ ਪੋਲਰਾਈਜ਼ਡ ਹੋ ਜਾਏ ਮੈਟਲ ਵੱਲ। ਠੀਕ ਹੈ, ਇਹ 2 ਪੁਆਇੰਟਸ ਹੋ ਗਏ। ਨੈਕਸਟ ਹੈਗਾ ਤੁਹਾਡਾ ਕਿ ਜਿਹੜਾ ਤੁਹਾਡਾ ਲਾਈਗੈਂਡ ਹੈ ਉਹਦੇ ਕੋਲ ਗ੍ਰੇਟ ਟੈਂਡੈਂਸੀ ਹੋਣੀ ਚਾਹੀਦੀ ਹੈ ਟੂ ਫੋਰਮ ਮਲਟੀਪਲ ਬੌਂਡਸ। ਠੀਕ ਹੈ, ਜਿਵੇਂ ਇੱਕ ਐਗਜ਼ਾਮਪਲ ਹੈ ਕਿ ਅਗਰ ਆਪਾਂ ਲਾਈਗੈਂਡ ਹੈ ਹੁਣ ਕਿ ਥਰਡ ਪੁਆਇੰਟ ਕਰ ਰਹੀ ਹਾਂ ਕਿ ਲਾਈਗੈਂਡ ਹੈ ਜਿਹੜਾ ਉਹ ਮਲਟੀਪਲ ਬੌਂਡ ਫੋਰਮ ਕਰ ਲਏ, ਕਾਫੀ ਸਾਰੇ ਬੌਂਡ ਫੋਰਮ ਕਰ ਲਏ ਕਿਹਦੇ ਨਾਲ, ਮੈਟਲ ਦੇ ਨਾਲ। ਅਗਰ ਲਾਈਗੈਂਡ ਸਾਇਨਾਈਡ ਹੈ ਜਾਂ ਫਲੋਰੀਨ ਹੈ ਤਾਂ ਕੀ ਇਫੈਕਟ ਪਊਗਾ। ਹੁਣ ਸਾਇਨਾਈਡ ਹੈ, ਜਿਹੜਾ ਉਹਦੇ ਵਿੱਚ ਇੱਦਾਂ ਕੀ ਹੋਏਗਾ ਤੁਹਾਡਾ
कि नाइट्रोजन के थ्रू बॉन्ड फॉर्मेशन होएगी। तुहानूं पता है नाइट्रोजन है जिहड़ा ट्रिपल बॉन्ड फॉर्म करता है, एक तो कार्बन के नाल फॉर्म हो जाएगा नाइट्रोजन का बॉन्ड, बाकी दे 2 बॉन्ड की हो जाएंगे मैटल के नाल। ठीक है, हुण ये तो डबल बॉन्ड फॉर्म कर रहा है, एक सिग्मा कर रहा है, एक पाई कर रहे, बट जिहड़ा फ्लोरीन है मैटल के नाल किहड़ा बॉन्ड फॉर्म करेगा, सिंगल। हुण जिन्ने ज़्यादा बॉन्ड्स होणगे उन्नी ज़्यादा स्प्लिटिंग ज़्यादा होगी। इट मीनस इहदे विच ज़्यादा बॉन्ड फॉर्मेशन है, तो ये की है जिहड़ा साइनाइड है तुहाडा वो मैटल के डी ऑर्बिटल नूं ज़्यादा स्प्लिट करेगा। मैटल के डी ऑर्बिटल जिहड़ा ब्रेक हुंदा इदां उहदे विच गैप की होगा, ज़्यादा क्रिएट होगा। क्लीयर, ये वाला गैप ज़्यादा होगा। नैक्सट हैगा जी पैटर्न ऑफ इनक्रीजिंग सिग्मा डोनेशन, कि जिहड़ा ज़्यादा लाइगेंड है जिहड़ा वो जिन्नी जल्दी मैटल नूं इलैक्ट्रॉन डोनेट करेगा, ठीक है, सिग्मा बॉन्ड फॉर्म करेगा, उन्नी ज़्यादा मैटल के डी ऑर्बिटल की स्प्लिटिंग ज़्यादा होएगी। हुण देखो सब तो ज़्यादा मतलब डोनेशन पावर किहदे विच हुंदी है, नाइट्रोजन दे विच, किहड़ा नाइट्रोजन डोनर एटम है, इदां कर लिया आपां साइनाइड की गल। उस तो बाद ऑक्सीजन डोनर एटम है, ठीक है, वो भी की करूँगा ईजीली डोनेट करूँगा, जिद्दां वाटर है ऑक्सीजन के नाल बॉन्ड फॉर्म होगा मैटल का, तो ऑक्सीजन भी इलैक्ट्रॉन ईजीली डोनेट करूँगा मैटल के नाल। सब तो ज़्यादा डोनेशन पावर इलैक्ट्रॉन डोनेट करने की पावर नाइट्रोजन च हुंदी है, उस तो थोड़ी जी घट ऑक्सीजन। लीस्ट पावर किहदी हुंदी है, हैलाइड की। इन्हां दी गल करिए, इन्हां दा कंपैरिजन कर रहे हैं नाइट्रोजन, ऑक्सीजन ते हैलोजन का। तो अगर नाइट्रोजन है, अगर तुहाडे कोल 3 कंपलैक्सिस ने, ठीक है, तो उस केस दे विच की होएगा कि नाइट्रोजन ईजीली डोनेट करेगा। अगर तुहाडे कोल की चीज़ दित्ती हुई है कि मैटल दे नाल की अटैचड है NC, या फिर मैटल दे नाल की अटैचड है वाटर, तुहानूं पुछ लैन कि किहदे विच स्प्लिटिंग ज़्यादा होएगी, किहड़ा ज़्यादा गैप क्रिएट करेगा, ठीक है, मैटल के डी ऑर्बिटल नूं स्प्लिट करके गैप किहड़ा ज़्यादा क्रिएट करेगा, तुसीं कहोगे NC, क्योंकि नाइट्रोजन डोनर एटम ईजीली इलैक्ट्रॉन डोनेट करके सिग्मा बॉन्ड फॉर्म कर दे, तो मैटल के डी ऑर्बिटल नूं ज़्यादा स्प्लिट करदी है। क्लीयर, तो हुण तक तुसीं कर चुके हो दैट जी जो मैटल लाइगेंड बॉन्ड फॉर्म होंदा है तो डी ऑर्बिटल कदों ज़्यादा स्प्लिट होंदा है, लाइगेंड का साइज स्मॉल होना चाहिए। ठीक है, लाइगेंड का साइज स्मॉल होवे, दूसरा लाइगेंड का इलैक्ट्रॉन पेयर ईजिली पोलराइजेबल होवे। थर्ड पॉइंट है लाइगेंड की करे मल्टीपल बॉन्ड फॉर्म करे। ठीक है, नैक्सट किता कि डोनर एटम पर डिपेंड करता है कि नाइट्रोजन ज़्यादा डोनेट करता होंदा है ऑक्सीजन के कंपैरेटिव। ठीक है, इस करके नाइट्रोजन ज़्यादा स्प्लिटिंग करता है। 3 पॉइंट्स हो गए। नैक्सट हैगा जी अगे आप फर्दर कर रहे हैं होर किहदे ते डिपेंड करती है स्प्लिटिंग, तो लाइगेंड्स आप की करते हैं, लाइगेंड दी नेचर होर किहड़ा हुंदा है कि लाइगेंड वीक फील्ड है या स्ट्रोंग फील्ड। ठीक है, तो लाइगेंड्स नूं आपां अरेंज किया है, लाइगेंड्स नूं अरेंज किया इन इंक्रीजिंग ऑर्डर ऑफ स्प्लिटिंग। ठीक है, तो ये मेनली हुंदा की है लाइगेंड किन्ने टाइप्स के होंगे हैं, वीक फील्ड एंड स्ट्रोंग फील्ड। तो वीक फील्ड लाइगेंड ने ये की करनगे, लैस स्प्लिटिंग कॉज करनगे, लैस गैप क्रिएट करनगे। ठीक है, जो डी ऑर्बिटल स्प्लिट हो रहा मैटल का, वीक फील्ड लाइगेंड की करेंगे, लैस स्प्लिटिंग कॉज करनगे। ठीक है, इट मीनस कि जो डी ऑर्बिटल है वो स्प्लिटिंग की होएगी, लैस होएगी। ठीक है, वीक फील्ड लाइगेंड हो गए आयोडीन, ब्रोमाइड, थायोसाइनाइड, क्लोराइड, नाइट्रेट, क्लोरीन एंड सो ऑन, हाइड्रोक्सी ऑक्सलेट, वाटर या एक्वा बोल दो, अमोनीया, ठीक है, एथिलीन, अगे डाइपिरिडिन। हुण देखो जो ये वाले लाइगेंड है ना अप टू अमोनीया, ये सारी वीक फील्ड ने, ये गैप घट क्रिएट करनगे मैटल के डी ऑर्बिटल नूं स्प्लिट करके। बट आफ्टर दैट जिन्ने भी लाइगेंड ने डाइपिरिडिन, ठीक है, नाइट्रो और साइनाइड एंड सो ऑन, ये सारे स्ट्रोंग फील्ड लाइगेंड ने, ये स्प्लिटिंग ज़्यादा कॉज करनगे, गैप वध क्रिएट करनगे ये वाले लाइगेंड अमोनीया तो बाद वाले। ठीक है, इत्थों तक जोड़े लाइगेंड ने अमोनीया तक वो की करनगे, गैप घट क्रिएट करनगे। वीक फील्ड लाइगेंड है, इधर वाले स्ट्रोंग है तो ज़्यादा स्प्लिटिंग कॉज करनगे। ठीक है राजे, नैक्सट आ गया हुण तक तो आप मैटल लाइगेंड की गल कर चुके हो दैट लाइगेंड का साइज स्मॉल हो, इलैक्ट्रॉन पेयर पोलराइजेबल हो, मल्टीपल बॉन्ड फॉर्मेशन हो और स्ट्रोंग फील्ड होएगा तो ज़्यादा स्प्लिटिंग कॉज करेगा। नैक्सट आ गया जी मैटल। ठीक है, मैटल की अगे है ऑक्सीडेशन स्टेट ऑफ मैटल तो भी डिपेंड करता दैट स्प्लिटिंग कितनी कॉज होएगी। मैटल की ऑक्सीडेशन स्टेट की होनी चाहिए हायर। फॉर एग्जाम्पल एक एग्जाम्पल लैनी है दैट एक तो कंपलैक्स है थोड़ा कोबाल्ट हेक्सा कंपलैक्स, एक दोनों दे विच की है वाटर किन्ने लगे हुए 6, हेक्सा एक्वा है दोनों। तो हुण इत्थे ऑक्सीडेशन स्टेट चैक करनी है मैटल की कोबाल्ट की। तुहानूं पता वाटर की हुंदा न्यूट्रल,
ਤਾਂ ਆਕਸੀਡੇਸ਼ਨ ਸਟੇਟ ਹੈ ਕੋਬਾल्ट ਜਿਹਦੀ ਕੈਲਕੂਲੇਟ ਕਰਨੀ ਹੈ एक्सपोज कर लिया x + 6 × 0 ਈਕੁਅਲ ਟੂ ਕੋਆਰਡੀਨੇਸ਼ਨ ਕੰਪਲੈਕਸ ਦੇ ਚਾਰਜ ਕਿੰਨਾ 3 ਤਾਂ ਈਕੁਅਲ ਟੂ 3 ਤਾਂ x ਕਿੰਨਾ ਆ ਜਾਏਗਾ 3 मतलब कोबाल्ट की ऑक्सीडेशन स्टेट कितनी है 3 और सेकेंड दे विच कितना है कोबाल्ट एक्वा 2 पॉजिटिव कोआर्डीनेशन स्फीयर के बाहर चार्ज कितना है 2 पॉजिटिव तो कोबाल्ट की ऑक्सीडेशन स्टेट कितनी आ जाएगी x = 2 ठीक है इत्थे तो हैगी है 3 ऑक्सीडेशन स्टेट कोबाल्ट की तो जिन्नी ज़्यादा ऑक्सीडेशन स्टेट होएगी मैटल की उन्नी ज़्यादा स्प्लिटिंग ज़्यादा होएगी गैप ज़्यादा क्रिएट होएगा कोबाल्ट की 3 है तो स्प्लिटिंग ज़्यादा क्रिएट होएगी कोबाल्ट की इत्थे 2 है सैकेंड कंपलैक्स तो स्प्लिटिंग लैस होएगी ये स्प्लिटिंग एनर्जी मैंशन की हुई है ਜਦੋਂ 3 ਹੁੰਦੀ ਆਕਸੀਡੇਸ਼ਨ ਸਟੇਟ ਇਹ ਤੁਹਾਨੂੰ ਵੈਲਿਊ ਕੈਲਕੂਲੇਟ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਤੁਹਾਨੂੰ ਨੋਰਮਲ ਐਗਜ਼ਾਮਪਲ ਦੇ ਕੇ ਦੱਸਿਆ ਹੋਇਆ ਹੈ ਪੇਪਰ ਦੇ ਵਿੱਚ ਇੱਦਾਂ ਦਾ ਕੁਝ ਨਹੀਂ ਮੈਂਸ਼ਨ ਕਰਨਾ ਤੁਸੀਂ ਕਹੋਗੇ ਦੀ ਆਕਸੀਡੇਸ਼ਨ ਸਟੇਟ ਜ਼ਿਆਦਾ ਹੁੰਦੀ ਹੈ ਮੈਟਲ ਦੀ ਤਾਂ ਸਪਲਿਟਿੰਗ ਜ਼ਿਆਦਾ ਹੁੰਦੀ ਹੈ ਗੈਪ ਜ਼ਿਆਦਾ ਹੁੰਦਾ ਹੈ ਜਦੋਂ ਆਰਬਿਟਲ ਸਪਲਿਟ ਹੁੰਦੇ ਆ ਹੁਣ ਇੱਥੇ ਮੈਂਸ਼ਨ ਕੀਤਾ ਸਪਲਿਟਿੰਗ ਐਨਰਜੀ ਕਿੰਨੀ ਹੈ 18600 ਅਗਰ 2 ਆਕਸੀਡੇਸ਼ਨ ਸਟੇਟ ਹੈ ਐਨਰਜੀ ਦੀ ਵੈਲਿਊ ਕਿੰਨੀ ਹੈ 9300 ਹੁਣ ਜ਼ਿਆਦਾ ਕਿਹਦੇ ਵਿੱਚ ਹੈ ਜਿੱਥੇ ਮੈਟਲ ਦੀ ਆਕਸੀਡੇਸ਼ਨ ਸਟੇਟ ਜ਼ਿਆਦਾ ਹੈ स्प्लिटिंग ज़्यादा हो रही है इट मीनस ज़्यादा मैटल की ऑक्सीडेशन स्टेट ज़्यादा स्प्लिटिंग होएगी क्लीयर नैक्सट आ गया जी थोड़ा होर किस ते डिपेंड करती है स्प्लिटिंग ठीक है लाइगेंड का आप दसता सी की होंदा है मैटल की आप ऑक्सीडेशन स्टेट दसती इस ते डिपेंड करती है स्प्लिटिंग नैक्सट हैगा जी टाइप ऑफ डी ऑर्बिटल हुण मैटल डी ग्रुप की ਜਿਹੜੇ ਮੈਟल्स कर रहे हैं ਆਪਾਂ ट्रांजिशन एलीमेंट्स कर रहे हैं वो डी ब्लॉक के एलीमेंट्स ने ठीक है डी ऑर्बिटल मेनली इन्वॉल्व होंदा ਇਹਦੇ ਵਿੱਚ ਤਾਂ फर्स्ट सीरी होंदी है ਜਿਹੜੀ डी ऑर्बिटल ਦੀ ਉਹ ਕਿੱਥੋਂ स्टार्ट होंदी है 4th पीरियड तो और ਤੁਹਾਨੂੰ पता है कि पीरियड 4th है तो डी ਕਿਹੜਾ ਹੋਏਗਾ n-1 डी ਹੁੰਦਾ मतलब 4 - 1 ਕਿੰਨਾ ਆ ਗਿਆ 3d ठीक है फर्स्ट सीरी ਦੇ ਵਿੱਚ 3d ਫਿਲ ਹੁੰਦਾ और 3d and 4s ਹੁੰਦਾ ਸੈਕਿੰਡ ਦੇ ਵਿੱਚ ਕਿਹੜਾ ਆਏਗਾ 5th पीरियड आ गया 5th पीरियड है तो 5 - 1 4d आ जाऊगा 6th पीरियड है तो 6 - 1 कितना गया 5d ये डी ऑर्बिटल है कहते जो डी है ना इन्हों का साइज़ इनक्रीज़ होंदा जाता 3d का साइज़ कम होंदा 4d का थोड़ा ज़्यादा होंदा 5d लार्जर साइज़ का होंदा ठीक है रजे तो कहते जिन्ना ज़्यादा डी ऑर्बिटल का साइज़ ज़्यादा होएगा उन्ना वो की करेगा डी ऑर्बिटल का अगर साइज़ ज़्यादा है ठीक है मैटल दे तो वो लाइगेंड नाल उन्नी अच्छी तरह इंटरैक्ट करूगा ठीक है लाइगेंड नाल अच्छी तरह इंटरैक्ट करूगा अगर डी का साइज़ ज़्यादा है ठीक है ज़्यादा अच्छी इंटरैक्शन होएगी तो डी जोड़ा उन्ना ज़्यादा स्प्लिट होएगा क्लीयर इट मीनस कि इदा की होंदा है कि सैकेंड सीरी वाले जोड़े होंदे ने एलीमेंट्स वो ज़्यादा स्प्लिटिंग करनगे उन्हां दे विच वो वाली मैटल का जोड़ा डी ऑर्बिटल है ज़्यादा स्प्लिट करूगा ज़्यादा गैप क्रिएट होगा एज़ कंपेयर टू फर्स्ट सीरी ठीक है जी नैक्सट आ गया जोमैट्री ऑफ कंपलैक्स से डिपेंड करती है स्प्लिटिंग जोमैट्री ऑफ कंपलैक्स दे विच की होंदा है कि जिहड़ा टैट्राहेड्रल कंपलैक्सिस होंदे हैं ना मेनली ਹੁਣ ਦੇਖੋ ਇਹਦੇ ਵਿੱਚ ਕੀ ਹੈ ਕਿ ਜਿਓਮੈਟਰੀ ਤੁਸੀਂ ਕਰ ਚੁੱਕੇ ਹੋ ਟੈਟਰਾहेड्रल ਹੁੰਦੀ ਹੈ ਇੱਧਰ ਟੈਟਰਾहेड्रल ਕਦੋਂ ਹੁੰਦੀ ਹੈ ਜਦੋਂ ਕੋਆਰਡੀਨੇਸ਼ਨ ਨੰਬਰ 4 ਹੁੰਦਾ ਹੈ ऑक्टाहेड्रल ਮੋਸਟ ਆਫ ਦ ਕੇਸਿਸ ਦੇ ਵਿੱਚ ਕੋਆਰਡੀਨੇਸ਼ਨ ਨੰਬਰ ਹੁੰਦਾ 6 ਕਹਿੰਦੇ ਜਿਓਮੈਟਰੀ 'ਤੇ ਡਿਪੈਂਡ ਕਰਦੀ ਹੈ ਕਿ ऑक्टाहेड्रल ਹੈ ਜਾਂ ਟੈਟਰਾहेड्रल ਹੁਣ ਟੈਟਰਾहेड्रल ਦੀ ਜਿਹੜੀ ਸਪਲਿਟਿੰਗ ਹੁੰਦੀ ਹੈ ਨਾ ਉਹ ऑक्टाहेड्रल ਦਾ 4/9 ਹੁੰਦੀ ਹੈ ਇੱਕ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ ਜਿੱਦਾਂ ਇਹ ਹੈਗਾ ਕੰਪਲੈਕਸ ਤੁਹਾਡੇ ਕੋਲ ਕੋਬਾल्ट टेट्रा अमोनीया नीचे वाला हैगा कोबाल्ट हेक्सा अमोनीया ऊपर वाले च अमोनीया 4 ने नीचे वाले च अमोनीया किन्ने ने 6 तो इस केस दे विच हुण देखो आप ऑक्सीडेशन स्टेट भी कर चुके हैं दैट जिन्नी ज़्यादा मैटल की ऑक्सीडेशन स्टेट होएगी उन्नी ज़्यादा स्प्लिटिंग ज़्यादा होएगी हुण इहदे विच ऑक्सीडेशन स्टेट कैलकुलेट करिए तो कितनी आएगी कोबाल्ट नूं एक्सपोज कर लिया अमोनीया ते चार्ज 0 हुंदा 4 × 0 0 हो जाएगा कोआर्डीनेशन स्फीयर दे बाहर +2 चार्ज है तो कोबाल्ट की ऑक्सीडेशन स्टेट +2 आ गई इत्थे भी कितनी है +2 तो 2 2 आ गई दोनों के डिफरेंस कितने है इतने 4 अमोनीया इतने 6 है 4 वाले की शेप टैट्राहेड्रल होंगी है और 6 वाले की शेप जिहदे 6 लाइगेंड होण ओहदी शेप की होंगी है ऑक्टाहेड्रल ठीक है तो हुण ऑक्टाहेड्रल दे विच की होंगी है ज़्यादा स्प्लिटिंग होंगी है टैट्राहेड्रल दे कंपैरेटिव ये आप लास्ट वाले लैक्चर में कर चुके इदा क्यों होंदा टैट्राहेड्रल च स्प्लिटिंग कम होंगी है ठीक है राजे स्प्लिटिंग कम होंगी है इट मीनस कि जदों टैट्राहेड्रल होंदा है उहदे विच गैप की होंदा है घट क्रिएट होंदा जदों डी ऑर्बिटल स्प्लिट होंदा हुण इत्थे देखो वैल्यू दित्ती हुई है स्प्लिटिंग दी 5900
ਕੀ ਹੁੰਦੀ ਹੈ, એનર્ਜੀ ਦੀ ਵੈਲਿਊ ਹੁੰਦੀ ਹੈ ਨੀਚੇ ਵਾਲੇ ਔਕਟਾਹੈਡਰਲ 'ਚ 10,000 ਦੇ ਅਰਾਊਂਡ ਹੁੰਦੀ ਹੈ। ਤਾਂ એનર્ਜੀ ਦੀ ਵੈਲਿਊ ਔਕਟਾਹੈਡਰਲ ਦੇ ਕੇਸ ਦੇ ਵਿੱਚ ਜ਼ਿਆਦਾ, ਇਟ ਮੀਨਸ ਔਕਟਾਹੈਡਰਲ 'ਚ ਜ਼ਿਆਦਾ ਸਪਲਿਟਿੰਗ ਹੋਊਗੀ ਐਜ਼ ਕੰਪੇਅਰ ਟੂ ਟੈਟਰਾਹੈਡਰਲ ਕੰਪਲੈਕਸਿਸ। ਔਕਟਾਹੈਡਰਲ 'ਚ ਜ਼ਿਆਦਾ ਸਪਲਿਟਿੰਗ ਦਾ ਮਤਲਬ ਹੈ ਕਿ ਇਹ ਜਿਹੜਾ ਤੁਹਾਡਾ ਡੀ ਔਰਬਿਟਲ ਹੈ ਉਹਦੇ ਵਿੱਚ ਗੈਪ ਕੀ ਹੋਊਗਾ, ਜ਼ਿਆਦਾ ਹੋਊਗਾ ਇਹ ਵਾਲਾ ਗੈਪ, ਠੀਕ ਹੈ। ਉਹਨਾਂ ਨੂੰ ਥੋੜ੍ਹਾ ਉੱਪਰ ਮੈਂਸ਼ਨ ਕਰ ਦਾਂਗੇ ਔਕਟਾਹੈਡਰਲ ਦੇ ਕੇਸ ਦੇ ਵਿੱਚ, ਠੀਕ ਹੈ। ਤਾਂ ਨੇਚਰ ਆਫ ਲਾਈਗੈਂਡ 'ਤੇ ਡਿਪੈਂਡ ਕਰਦੀ ਹੈ। ਲਾਈਗੈਂਡ ਸਮੋਲ ਹੋਣਾ ਚਾਹੀਦਾ, ਇਲੈਕਟ੍ਰੋਨ ਪੇਅਰ ਪੋਲਰਾਈਜ਼ੇਬਲ ਹੋਣਾ ਚਾਹੀਦਾ ਹੈ, ਠੀਕ ਹੈ। ਮਲਟੀਪਲ ਬੌਂਡ ਫੋਰਮੇਸ਼ਨ ਕਰ ਲਏ ਲਾਈਗੈਂਡ ਮੈਟਲ ਦੇ ਨਾਲ। ਹੋਰ ਕਿਸ 'ਤੇ ਡਿਪੈਂਡ ਕਰਦੀ ਹੈ, ਮੈਟਲ ਦੀ ਆਕਸੀਡੇਸ਼ਨ ਸਟੇਟ ਹਾਇਰ ਹੋਣੀ ਚਾਹੀਦੀ ਆ। ਔਰ ਮੈਟਲ ਹੈ ਜਿਹੜਾ ਕਿ ਮੈਟਲ ਦਾ ਜਿਹੜਾ ਡੀ ਔਰਬਿਟਲ ਇਨਵੋਲਵਡ ਹੈ, ਅਗਰ ਦੋ ਕੰਪਲੈਕਸਿਸ ਨੇ ਕਿ ਇੱਕ ਸਿਲਵਰ ਵਾਲਾ ਇੱਕ ਗੋਲਡ ਵਾਲਾ, ਤਾਂ ਗੋਲਡ ਵਾਲੇ ਦੇ ਕੇਸ 'ਚ ਜ਼ਿਆਦਾ ਸਪਲਿਟਿੰਗ ਹੋਊਗੀ ਕਿ ਇਹਦਾ ਡੀ ਔਰਬਿਟਲ 5th ਇਨਵੋਲਵਡ ਹੈ। ਕਲੀਅਰ। ਮੈਟਲ ਦੇ ਡੀ ਔਰਬਿਟਲ 'ਤੇ ਡਿਪੈਂਡ ਕਰਦਾ, ਜਿੱਦਾਂ ਡੀ ਔਰਬਿਟਲ ਦਾ ਸਾਈਜ਼ ਇਨਕਰੀਜ਼ ਹੋਊਗਾ ਸਪਲਿਟਿੰਗ ਮੋਰ ਹੋਏਗੀ। ਔਰ ਜਮੈਟਰੀ ਆਫ ਕੰਪਲੈਕਸ 'ਤੇ ਵੀ ਸਪਲਿਟਿੰਗ ਡਿਪੈਂਡ ਕਰਦੀ ਹੈ। ਟੈਟਰਾਹੈਡਰਲ ਦੇ ਵਿੱਚ ਸਪਲਿਟਿੰਗ ਲੈਸ ਹੋਏਗੀ, ਔਕਟਾਹੈਡਰਲ ਦੇ ਵਿੱਚ ਸਪਲਿਟਿੰਗ ਮੋਰ ਹੋਏਗੀ। ਓਕੇ ਰਾਜ।